ਸੋ ਇਹ ਗੱਲ ਕਿਸੇ ਹੋਰ ਢੰਗ ਨਾਲ ਲੈ ਲਈ ਗਈ, ਕਿਸੇ ਹੋਰ ਢੰਗ ਨਾਲ ਪਰਸੀਵ ਹੋਈ। ਆਪਾਂ ਐਕਸ਼ਨ ਲਿਆ ਇਸ ਗੱਲ ਤੇ, ਕਿਉਂਕਿ ਮੈਂ ਫੇਰ ਕਹਿਣਾ, ਮੈਂ ਕੰਡੈਮ ਕਰਦਾ, ਉਹਨਾਂ ਦਾ ਬਿਹੇਵੀਅਰ ਗਲਤ ਸੀ। ਉਸ ਬਿਹੇਵੀਅਰ ਨੂੰ ਦੇਖਦੇ ਹੋਏ ਆਪਾਂ ਐਕਸ਼ਨ ਲਿਆ, ਉਹਨਾਂ ਨੂੰ ਆਪਾਂ ਸ਼ੰਭੂ ਮੋਰਚੇ ਦੀ ਪੰਚਾਇਤ ਤੋਂ ਵੀ ਪਰਾਂ ਕਰਤਾ। ਪਰ ਇਹਦੇ ਨਾਲ ਨਾਲ ਸਾਨੂੰ ਇਹ ਵੀ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ, ਉਹ ਅੱਜ ਖਾਲਿਸਤਾਨ ਦੀ ਲੜਾਈ ਨਹੀਂ ਲੜ ਰਹੇ, ਅਸੀਂ ਕਿਸਾਨੀ ਦੀ ਲੜਾਈ ਆ, ਕਿਸਾਨਾਂ ਦੇ ਘੋਲ 'ਚ ਬੈਠੇ ਹਾਂ। ਸਾਡਾ ਮੁੱਖ ਮੁੱਦਾ, ਬੁਨਿਆਦੀ ਜਿਹੜਾ ਮੁੱਦਾ, ਉਹ ਕਿਸਾਨੀ ਘੋਲ ਆ ਇਸ ਟਾਈਮ। ਉਹ ਸਾਰੀਆਂ ਲੜਾਈਆਂ ਵੀ ਆਪਾਂ ਲੜਾਂਗੇ, ਪਰ ਉਹਦਾ ਹਜੇ ਟਾਈਮ ਨਹੀਂ ਆ। ਜਿਹੜੀਆਂ ਅੱਗੇ ਜਾ ਕੇ ਪੰਜਾਬ ਸਾਂਭਦੀਆਂ ਹੁਣ, ਹੱਕ ਸੱਚ ਦੀ ਗੱਲ ਕਰਦੀਆਂ ਹੁਣ, ਬੇਸ਼ੱਕ ਉਹ ਸੁਖਪਾਲ ਸਿੰਘ ਖਹਿਰਾ ਨੇ, ਨਵਜੋਤ ਸਿੰਘ ਸਿੱਧੂ ਨੇ, ਧਰਮਵੀਰ ਗਾਂਧੀ ਨੇ ਜਾਂ ਬੈਂਸ ਬ੍ਰਦਰਸ ਨੇ, ਅਗਰ ਉਹ ਇੱਕ ਡੰਡੇ ਇੱਕ ਝੰਡੇ ਥੱਲੇ ਇਕੱਠੇ ਹੁੰਦੇ ਨੇ, ਪੰਜਾਬ ਦੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਨੇ। ਪਹਿਲਾਂ ਤਾਂ ਮੈਂ ਇਸ ਗੱਲ ਤੇ ਮੋਹਰ ਨਹੀਂ ਲਾ ਰਿਹਾ ਵੀ ਇਹੀ ਇਕੱਲੇ ਬੰਦੇ ਆ। ਪੰਜਾਬ ਕੋਲੇ ਹੋਰ ਵੀ ਬਹੁਤ ਸ਼ਖਸੀਅਤਾਂ, ਇਮਾਨਦਾਰ ਬੰਦੇ ਵੀ ਬੈਠੇ ਆ। ਕੋਈ ਸਕੋਪ ਹੀ ਨਹੀਂ ਰਹਿ ਜਾਂਦਾ ਵਿਕਣ ਦਾ, ਕਿਉਂਕਿ ਏਜੰਡਾ ਪਹਿਲਾਂ ਹੀ ਇਹਨਾਂ ਨੂੰ ਡਿਸਾਈਡ ਕਰਕੇ ਦੇਤਾ। ਵਿਕਦੇ ਤਾਂ ਉਦੋਂ ਆ ਜਦੋਂ ਏਜੰਡਾ ਹੁੰਦਾ ਨਹੀਂ, ਅਸੀਂ ਇਹਨਾਂ ਨੂੰ ਪਾਵਰ ਦੇ ਦਿੰਦੇ ਆ ਤੇ ਉਦੋਂ ਬਾਅਦ ਏਜੰਡਾ ਮਿੱਥਦੇ ਆ। ਕਿ ਇਲਜ਼ਾਮ ਬਹੁਤ ਲਾਣੇ ਆਸਾਨ ਹੁੰਦੇ ਨੇ, ਜੰਗ ਦੇ ਵਿੱਚ ਉਤਰ ਕੇ ਜੰਗ ਜਿੱਤ ਕੇ ਦਿਖਾਓ, ਫਿਰ ਅਸੀਂ ਮੰਨੀਏ ਕਿ ਹਾਂ ਤੁਸੀਂ ਵਾਕਈ ਹੀ ਲੜਾਕੂ ਯੋਧੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਹਾਂ। ਸ਼ੰਭੂ ਮੋਰਚੇ ਤੇ ਬੈਠੇ ਹਾਂ ਤੇ ਕੁਝ ਦਿਨ ਪਹਿਲਾਂ ਸ਼ੰਭੂ ਮੋਰਚੇ ਦੇ ਉੱਤੇ ਹੀ ਇੱਕ ਘਟਨਾ ਵਾਪਰੀ ਸੀ। ਖਾਲਿਸਤਾਨ ਦਾ ਇੱਕ ਨੌਜਵਾਨ ਨੇ ਨਾਰਾ ਲਾਇਆ ਸੀ, ਜਿਸ ਦਾ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਵੱਡਾ ਬਵਾਲ ਬਣਾਇਆ ਗਿਆ, ਬੇਮਤਲਬ ਬਵਾਲ ਬਣਾਇਆ ਗਿਆ, ਜਿਸ ਨੂੰ ਬੜੇ ਆਰਾਮ ਦੇ ਨਾਲ, ਆਸਾਨੀ ਦੇ ਨਾਲ ਸੁਲਝਾਇਆ ਜਾ ਸਕਦਾ ਸੀ। ਦੀਪ ਸਿੱਧੂ ਸਾਡੇ ਨਾਲ ਨੇ, ਹੋਰ ਵੀ ਬਹੁਤ ਸਾਰੇ ਮਸਲੇ ਨੇ ਜਿਹਨਾਂ ਉੱਤੇ ਗੱਲ ਕਰਨੀ ਹੈ। ਪਹਿਲਾਂ ਤਾਂ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੀਪ, ਖਾਲਿਸਤਾਨ ਦੇ ਉੱਤੇ ਤੁਸੀਂ ਦੇ ਚੁੱਕੇ ਹੋ ਐਕਸਪਲੇਨੇਸ਼ਨ ਵੀ ਸੋਸ਼ਲ ਮੀਡੀਆ ਦੇ ਉੱਤੇ। ਜੋ ਕੁਝ ਉਦੋਂ ਵਾਪਰਿਆ, ਜੋ ਕੁਝ ਹਾਕਮ ਨੇ ਕੀਤਾ, ਉਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਤੇ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਇਹ ਖਬਰ ਵਾਇਰਲ ਹੋਈ, ਲਾਹਨਤਾਂ ਪਾਈਆਂ ਗਈਆਂ। ਦੇਖੋ, ਗੱਲ ਆਏ ਆ ਜੀ, ਜੋ ਉਹਦੇ ਪੂਰਾ ਉਹ ਘਟਨਾ ਹੋਈ, ਉਸ ਘਟਨਾ ਨੂੰ ਅਸੀਂ ਜੇ ਉਹਦੀ ਪੜਚੋਲ ਕਰੀਏ, ਉਹਨੂੰ ਐਨਾਲਾਈਜ਼ ਕਰੀਏ, ਤਾਂ ਜੋ ਮੁੰਡੇ ਨੇ ਕੀਤਾ, ਚਾਹੇ ਸਾਜ਼ਿਸ਼ ਅਧੀਨ ਕੀਤਾ ਹੋਵੇ, ਪਰ ਜੋ ਹਾਕਮ ਦਾ ਬਿਹੇਵੀਅਰ ਸੀ, ਉਹ ਤਾਂ ਉਹਦੇ ਆਪਦੇ ਕੋਲੇ ਆਪਦੇ ਵੱਸ ਸੀ। ਸੋ ਉਹਦੇ ਤੇ ਸਵਾਲ ਉੱਠੇ ਵੀ ਤੁਸੀਂ ਐਂ ਰਿਐਕਟ ਕਿਉਂ ਕੀਤਾ? ਤੁਸੀਂ ਦੇਸ਼ ਦੀ ਜਿਵੇਂ ਸਰਕਾਰਾਂ ਕਰਦੀਆਂ, ਤੁਸੀਂ ਉਹਨਾਂ ਵਾਂਗੂ ਹੀ ਰਿਐਕਟ ਕਰਨ ਲੱਗ ਗਏ। ਸੋ ਸਵਾਲ ਉਸ ਗੱਲ ਤੇ ਉੱਠਿਆ ਵੀ ਫਿਰ ਤੁਹਾਡੇ ਤੇ ਸਰਕਾਰਾਂ 'ਚ ਕੀ ਫਰਕ ਰਹਿੰਦਾ, ਹੈ ਨਾ? ਸੋ ਇਹ ਗੱਲ ਬਿਲਕੁਲ ਵਾਜਬ ਆ ਔਰ ਬੜੇ ਦਿਲ ਦੁਖੇ ਲੋਕਾਂ ਦੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਪਰ ਇੱਕ ਹੋਰ ਗੱਲ ਹੁੰਦੀ ਆ, ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਨਾ, ਉਸ ਵੇਲੇ ਗਰਾਊਂਡ ਰਿਐਲਿਟੀ ਜੋ ਹੁੰਦੀ ਆ, ਲੋਕ ਉਸ ਗਰਾਊਂਡ ਰਿਐਲਿਟੀ ਦੇ ਅਕੋਰਡਿੰਗਲੀ ਰਿਐਕਟ ਕਰ ਦਿੰਦੇ ਆ। ਉਸ ਵੇਲੇ ਗਰਾਊਂਡ ਰਿਐਲਿਟੀ ਇਹ ਸੀ ਵੀ ਉਹ ਕਿਸੇ ਸਾਜ਼ਿਸ਼ ਅਧੀਨ ਆਏ ਹੋਏ ਸੀ ਤੇ ਉਹਨਾਂ ਨੇ ਬੇਮਤਲਬੀ ਆ ਕੇ ਵਿੱਚ ਗੱਲ ਕੀਤੀ ਤੇ ਹਾਕਮ ਨੇ ਉਹਦੇ ਤੇ ਰਿਐਕਟ ਕਰਤਾ। ਪਰ ਉਹ ਗੱਲ ਕਿਸੇ ਹੋਰ ਢੰਗ ਨਾਲ ਪਰਸੀਵ ਹੋ ਗਈ। ਹਾਲਾਂਕਿ ਇਹ ਮੈਂ ਮੰਨਦਾ ਵੀ ਹਾਕਮ ਬਾਈ ਨੂੰ ਉਵੇਂ ਰਿਐਕਟ ਨਹੀਂ ਕਰਨਾ ਚਾਹੀਦਾ ਸੀ, ਪਰ ਜਦੋਂ ਅਸੀਂ ਕਿਸੇ ਮਸਲੇ 'ਚ ਉਲਝਦੇ ਹਾਂ ਤੇ ਮਸਲੇ ਨੂੰ ਸੁਲਝਾਉਣਾ, ਸਾਡੇ ਕੋਲੇ ਮੈਚੋਰਿਟੀ ਲੈਵਲ ਬਹੁਤ ਜ਼ਿਆਦਾ ਹੋਣਾ ਚਾਹੀਦਾ, ਸਾਡੇ ਕੋਲੇ ਅੰਡਰਸਟੈਂਡਿੰਗ ਲੈਵਲ ਬਹੁਤ ਜ਼ਿਆਦਾ ਹੋਣਾ ਚਾਹੀਦਾ। ਸੋ ਇਹ ਗੱਲ ਕਿਸੇ ਹੋਰ ਢੰਗ ਨਾਲ ਲੈ ਲਈ ਗਈ, ਕਿਸੇ ਹੋਰ ਢੰਗ ਨਾਲ ਪਰਸੀਵ ਹੋਈ। ਆਪਾਂ ਐਕਸ਼ਨ ਲਿਆ ਇਸ ਗੱਲ ਤੇ, ਕਿਉਂਕਿ ਮੈਂ ਫੇਰ ਕਹਿਣਾ, ਮੈਂ ਕੰਡੈਮ ਕਰਦਾ, ਉਹਨਾਂ ਦਾ ਬਿਹੇਵੀਅਰ ਗਲਤ ਸੀ। ਉਸ ਬਿਹੇਵੀਅਰ ਨੂੰ ਦੇਖਦੇ ਹੋਏ ਆਪਾਂ ਐਕਸ਼ਨ ਲਿਆ, ਉਹਨਾਂ ਨੂੰ ਆਪਾਂ ਸ਼ੰਭੂ ਮੋਰਚੇ ਦੀ ਪੰਚਾਇਤ ਤੋਂ ਵੀ ਪਰਾਂ ਕਰਤਾ। ਪਰ ਇਹਦੇ ਨਾਲ ਨਾਲ ਸਾਨੂੰ ਇਹ ਵੀ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ, ਉਹ ਅੱਜ ਖਾਲਿਸਤਾਨ ਦੀ ਲੜਾਈ ਨਹੀਂ ਲੜ ਰਹੇ, ਅਸੀਂ ਕਿਸਾਨੀ ਦੀ ਲੜਾਈ ਆ, ਕਿਸਾਨਾਂ ਦੇ ਘੋਲ 'ਚ ਬੈਠੇ ਹਾਂ। ਸਾਡਾ ਮੁੱਖ ਮੁੱਦਾ, ਬੁਨਿਆਦੀ ਜਿਹੜਾ ਮੁੱਦਾ, ਉਹ ਕਿਸਾਨੀ ਘੋਲ ਆ ਇਸ ਟਾਈਮ। ਉਹ ਸਾਰੀਆਂ ਲੜਾਈਆਂ ਵੀ ਆਪਾਂ ਲੜਾਂਗੇ, ਪਰ ਉਹਦਾ ਹਜੇ ਟਾਈਮ ਨਹੀਂ ਆ।
ਸੋ ਉਹਦਾ ਹਜੇ ਟਾਈਮ ਨਹੀਂ ਹੈ। ਤੁਹਾਨੂੰ ਮੈਂ ਸਪੀਚ ਕਰਦੇ ਹੋਏ ਵੀ ਸੁਣ ਰਿਹਾ ਸੀ ਥੋੜੀ ਦੇਰ ਪਹਿਲਾਂ, ਨੌਜਵਾਨ ਬੈਠੇ ਹੋਏ ਸੀ ਤੇ ਉਹਨਾਂ ਵਿੱਚੋਂ ਜੈਕਾਰਾ ਵੀ ਛੱਡਿਆ ਗਿਆ ਸੀ ਜਦੋਂ ਤੁਸੀਂ ਕਿਹਾ ਸੀ ਕਿ ਇੱਕ ਚੰਗੀ ਸਿਆਸਤ ਤੇ ਇੱਕ ਚੰਗੀ ਪਾਰਟੀ ਜਿਹੜੀ ਕਿ ਸੂਬੇ ਦੀ ਗੱਲ ਕਰਦੀ ਹੋਵੇ, ਉਹਨੂੰ ਅਸੀਂ ਇਸ ਮੋਰਚੇ ਤੋਂ, ਇਸ ਮੋਰਚਿਆਂ 'ਚੋਂ ਹੋਂਦ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਅਲੱਗ-ਅਲੱਗ ਪਾਰਟੀਆਂ ਤੋਂ ਟੁੱਟੇ ਹੋਏ ਨੇ, ਹੱਕ ਸੱਚ ਦੀ ਗੱਲ ਕਰਦੇ ਨੇ, ਉਹਨਾਂ ਨੂੰ ਇੱਕ ਡੰਡੇ ਇੱਕ ਝੰਡੇ ਥੱਲੇ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਕਈ ਨੌਜਵਾਨਾਂ ਨੇ ਵਿੱਚੋਂ ਨਾਅਰਾ ਇਹ ਵੀ ਲਾਇਆ ਸੀ ਕਿ ਸਿੱਧੂ ਸਾਹਿਬ ਤੁਸੀਂ ਕਿਉਂ ਨਹੀਂ, ਕਿ ਅਗਰ ਸੀਐਮ ਸਾਨੂੰ ਚੰਗਾ ਚਾਹੀਦਾ ਹੀ ਹੈ, ਹੱਕ ਸੱਚ ਵਾਸਤੇ ਲੜ ਰਹੇ ਆ, ਤਾਂ ਤੁਸੀਂ ਅੱਗੇ ਕਿਉਂ ਨਹੀਂ ਲੱਗਦੇ। ਇਹ ਉਮੀਦ ਇੱਕ ਜਾਂ ਦੋ ਨੌਜਵਾਨਾਂ ਦੀ ਨਹੀਂ, ਇਹ ਉਮੀਦ ਤੁਹਾਡੇ ਨਾਲ ਹੁਣ ਬਾਦਸਤੂਰ ਅੱਗੇ ਜੁੜਦੀ ਜਾਣੀ ਹੈ। ਕੀ ਸੋਚੋਗੇ? ਨਹੀਂ ਜੀ, ਦੇਖੋ ਗੱਲ ਆਏ ਆ ਵੀ ਅਸੀਂ ਜਦੋਂ ਪੰਜਾਬ ਖਾਤਰ ਲੜਨਾ ਜਾਂ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਆ, ਹੈ ਨਾ, ਪੰਜਾਬ ਦੇ ਲਈ ਕੋਈ ਰਾਜਸੀ ਗੱਲ ਖੜੀ ਕਰਨੀ ਆ, ਤਾਂ ਉਹਦਾ ਯੋਗਦਾਨ ਇਕੱਲਾ ਲੀਡਰ ਬਣ ਕੇ ਨਹੀਂ ਪਾਇਆ ਜਾ ਸਕਦਾ। ਹੋਰ ਵੀ ਬਹੁਤ ਢੰਗ ਹੁੰਦੇ ਆ ਯੋਗਦਾਨ ਪਾਉਣ ਦੇ, ਹੈ ਨਾ, ਸੰਘਰਸ਼ ਦੇ, ਜਾਂ ਇਹ ਕਹਿ ਲਓ ਵੀ ਜਿਹੜੀ ਲੜਾਈ ਆਪਾਂ ਵਿੱਢੀ ਹੋਈ ਆ, ਚਾਹੇ ਖੁਦ ਮੁਖਤਿਆਰੀ ਲਈ ਲੜੀਏ, ਚਾਹੇ ਆਪਦੀ ਆਜ਼ਾਦੀ ਲਈ ਲੜੀਏ, ਉਹਦੇ 'ਚ ਯੋਗਦਾਨ ਪਾਉਣ ਦੇ ਜਿਹੜਾ ਬੰਦਾ ਅੱਜ ਲੰਗਰ ਛਕਾ ਰਿਹਾ, ਖਾਲਸਾ ਏਡ ਨੇ ਲੰਗਰ ਲਾਇਆ, ਤਾਂ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ। ਇਸੇ ਤਰ੍ਹਾਂ ਜਿਹੜਾ ਯੋਗਦਾਨ ਆ ਮੇਨ ਸਟ੍ਰੀਮ ਪੋਲੀਟਿਕਸ 'ਚ ਆ ਕੇ ਹੀ ਨਹੀਂ ਪੈਣਾ ਇਕੱਲਾ, ਹੋਰ ਬਹੁਤ ਢੰਗ ਆ ਜਿੱਥੇ ਯੋਗਦਾਨ ਪੈਣਗੇ। ਤੇ ਮੇਨ ਸਟ੍ਰੀਮ ਪੋਲੀਟਿਕਸ ਮੈਨੂੰ ਐਂ ਲੱਗਦਾ ਵੀ ਮੇਰਾ ਉਹਦੇ ਲਈ ਟੈਂਪਰਾਮੈਂਟ ਨਹੀਂ ਆ ਹਜੇ, ਮੈਂ ਉਹਦੇ ਲਈ ਤਿਆਰ ਨਹੀਂ ਆ। ਸੋ ਮੈਂ ਮੇਨ ਸਟ੍ਰੀਮ ਪੋਲੀਟਿਕਸ 'ਚ ਆਉਣ ਖਾਤਰ ਇੱਥੇ ਨਹੀਂ ਬੈਠਾ ਆਪਾਂ ਮੋਰਚੇ ਲਾ ਕੇ। ਅਸੀਂ ਤਾਂ ਪੰਜਾਬ ਨੂੰ ਇੱਕ ਆਪਦੀ ਸਿਆਸਤ ਖੜੀ ਕਰ ਜੀਏ, ਪੰਜਾਬ ਕੋਲ ਇੱਕ ਪਹਿਰੇਦਾਰੀ ਸਿਸਟਮ ਹੋਵੇ, ਦੂਜਾ ਉਹ ਸਿਆਸਤ 'ਤੇ, ਇਹ ਦੋ ਗੱਲਾਂ ਖੜਾ ਕਰ ਜੀਏ। ਤੇ ਅੱਜ ਜੇ ਕਿਸਾਨੀ ਦਾ ਘੋਲ ਕਰ ਰਹੇ ਹਾਂ, ਤੇ ਇਹਦਾ ਪਹਿਲਾ ਜਿਹੜਾ ਸਟੈਪ ਆ ਇਸੇ ਘੋਲ ਤੋਂ ਸਟਾਰਟ ਹੋਵੇ। ਅਸੀਂ ਪੰਜਾਬ ਨੂੰ ਇੱਕ ਇਹੋ ਜਿਹਾ ਮਾਡਲ ਦੇ ਜੀਏ ਜਿਹੜਾ ਕਿਸਾਨੀ ਦਾ ਖੁਦ ਮੁਖਤਿਆਰੀ ਵਾਲਾ ਮਾਡਲ ਹੋਵੇ, ਜਿੱਥੇ ਸਾਡੀਆਂ ਫਸਲਾਂ ਦੇ ਭਾਅ ਵੀ ਅਸੀਂ ਤੈਅ ਕਰੀਏ, ਕਿਹੜੀ ਫਸਲ ਬੀਜਣੀ ਆ ਇਹ ਅਸੀਂ ਤੈਅ ਕਰੀਏ, ਕਿਹੜੀ ਫਸਲ ਲਾਹੇਵੰਦ ਆ, ਉਹ ਲਾਹੇਵੰਦ ਕਿਵੇਂ ਆ, ਮੰਡੀ ਕਿਹੜੀ ਹੋਵੇ, ਤੇ ਉੱਥੇ ਅਸੀਂ ਕਿਹੜੇ ਪਾਸੇ ਵਪਾਰ ਕਰਨਾ ਇਹ ਵੀ ਅਸੀਂ ਤੈਅ ਕਰੀਏ, ਹੈ ਨਾ। ਸੋ ਅਸੀਂ ਉਹ ਇੱਕ ਪੰਜਾਬ ਪੱਖੀ, ਪੰਜਾਬ ਕੇਂਦਰਤ ਮਾਡਲ ਸਿਰਜ ਕੇ ਤੇ ਉਹਦੀ ਸਟਰਗਲ ਸ਼ੁਰੂ ਕਰੀਏ। ਪਹਿਲਾਂ ਜਿਹੜੀ ਸਮਾਜਿਕ ਤੇ ਰਾਜਸੀ ਧਿਰ ਹੋਵੇ ਉਹ ਸਟਰਗਲ ਸ਼ੁਰੂ ਕਰੇ ਵੀ ਪੰਜਾਬ ਦੇ ਇਸ ਸੰਘਰਸ਼ 'ਚੋਂ ਉਸ ਮਾਡਲ 'ਤੇ ਅਸੀਂ ਆਪਦੀ ਅੱਜ ਪੋਲੀਟੀਕਲ ਸਟਰਗਲ ਕਰੀਏ ਤੇ ਉਹਨੂੰ ਸਮਾਜ 'ਚ ਲਾਗੂ ਕਰਾਉਣ ਵਾਸਤੇ ਯਤਨ ਕਰੀਏ। ਇਹ ਕੰਮ ਜੇ ਆਪਾਂ ਕਰ ਦਈਏ ਬਹੁਤ ਵੱਡੀ ਪ੍ਰਾਪਤੀ ਹੋਊ। ਬਹੁਤ ਸਾਰੀਆਂ ਸੰਗਤਾਂ ਜਿਹਨਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਹੈ, ਕਿਉਂਕਿ ਜਿਹੜੀ ਚੀਜ਼ ਤੁਸੀਂ ਕਹੀ ਹੈ ਕਿ ਜੋ ਮੋਰਚਾ ਲੱਗਿਆ ਹੈ ਇਸ ਨੂੰ ਅਸੀਂ ਉਹਨਾਂ ਰਾਜਸੀ ਧਿਰਾਂ ਦੀ ਝੋਲੀ ਜ਼ਰੂਰ ਪਾਵਾਂਗੇ ਜਿਹੜੀਆਂ ਅੱਗੇ ਜਾ ਕੇ ਪੰਜਾਬ ਸਾਂਭਦੀਆਂ ਹੁਣ, ਹੱਕ ਸੱਚ ਦੀ ਗੱਲ ਕਰਦੀਆਂ ਹੁਣ। ਬੇਸ਼ੱਕ ਉਹ ਸੁਖਪਾਲ ਸਿੰਘ ਖਹਿਰਾ ਨੇ, ਨਵਜੋਤ ਸਿੰਘ ਸਿੱਧੂ ਨੇ, ਧਰਮਵੀਰ ਗਾਂਧੀ ਨੇ ਜਾਂ ਬੈਂਸ ਬ੍ਰਦਰਸ ਨੇ, ਅਗਰ ਉਹ ਇੱਕ ਡੰਡੇ ਇੱਕ ਝੰਡੇ ਥੱਲੇ ਇਕੱਠੇ ਹੁੰਦੇ ਨੇ, ਪੰਜਾਬ ਦੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਨੇ। ਪਰ ਬਹੁਤ ਸਾਰੀਆਂ ਸੰਗਤਾਂ ਦੇ ਸਵਾਲ ਇਹ ਵੀ ਆਉਂਦੇ ਨੇ ਕਿ ਮੋਰਚਾ ਲੱਗਿਆ ਹੈ, ਮੋਰਚਾ ਅਸੀਂ ਫਤਿਹ ਕਰਨਾ ਚਾਹੁੰਦੇ ਹਾਂ, ਪਰ ਕੀ ਅਸੀਂ ਇਹਨਾਂ ਨੂੰ ਅਗਰ ਇੱਕ ਡੰਡੇ ਇੱਕ ਝੰਡੇ ਥੱਲੇ ਇਕੱਠੇ ਕਰਾਂਗੇ ਤਾਂ ਇਸ ਚੀਜ਼ ਦੀ ਕੌਣ ਗਰੰਟੀ ਲੈ ਸਕਦਾ ਹੈ ਕਿ ਕੱਲ੍ਹ ਨੂੰ ਇਹ ਫਿਰ ਤੋਂ ਕੌਮ ਨੂੰ ਧੋਖਾ ਨਹੀਂ ਦੇਣਗੇ, ਕਿਉਂਕਿ ਹਰ ਕੋਈ ਇਹਨਾਂ ਵਿੱਚੋਂ ਕਿਸੇ ਨਾ ਕਿਸੇ ਰਵਾਇਤੀ ਪਾਰਟੀ 'ਚੋਂ ਨਿਕਲਿਆ ਹੀ ਹੈ। ਦੇਖੋ ਗੱਲ ਆਏ ਆ ਜੀ, ਪਹਿਲਾਂ ਤਾਂ ਮੈਂ ਇਸ ਗੱਲ ਤੇ ਮੋਹਰ ਨਹੀਂ ਲਾ ਰਿਹਾ ਵੀ ਇਹੀ ਇਕੱਲੇ ਬੰਦੇ ਆ, ਪੰਜਾਬ ਕੋਲੇ ਹੋਰ ਵੀ ਬਹੁਤ ਸ਼ਖਸੀਅਤਾਂ, ਇਮਾਨਦਾਰ ਬੰਦੇ ਵੀ ਬੈਠੇ ਆ। ਅਗਲੀ ਗੱਲ, ਜਦੋਂ ਆਪਾਂ ਇੱਕ ਸਿਆਸੀ ਧਿਰ ਦੀ ਗੱਲ ਕਰ ਰਹੇ ਹਾਂ ਤਾਂ ਪਹਿਲਾਂ ਉਹਦੇ ਤੋਂ ਇੱਕ ਸਮਾਜਿਕ ਧਿਰ ਦੀ ਗੱਲ ਕਰ ਰਹੇ ਹਾਂ, ਜਿਹੜਾ ਸਮਾਜਿਕ ਧਿਰ ਇਹਨਾਂ ਤੇ ਪਹਿਰਾਦਾਰੀ ਦੇਊਗੀ। ਜਿਹੜੀ ਤੁਹਾਡੀ ਵਿਚਾਰ ਘੜਨਾ ਪਾਲਿਸੀ ਬਣਾਉਣੀ ਆ ਉਹ ਸਮਾਜਿਕ ਧਿਰ ਨੇ ਬਣਾਉਣੀ ਆ, ਜਿਨ੍ਹਾਂ ਨੇ ਕਦੇ ਵੀ ਪੋਲੀਟਿਕਸ 'ਚ ਨਹੀਂ ਆਉਣਾ। ਇਹ ਰਾਜਸੀ ਧਿਰ ਨੇ ਤਾਂ ਸਿਰਫ ਉਹ ਲੋਕਾਂ ਤੱਕ ਲੈ ਕੇ ਜਾਣੀ ਆ ਤੇ ਉਹਦੇ ਤੇ ਪੋਲੀਟੀਕਲ ਸਟਰਗਲ ਕੇਂਦਰ ਨਾਲ, ਸੈਂਟਰ ਨਾਲ, ਦਿੱਲੀ ਨਾਲ ਲੜਨੀ ਆ। ਸੋ ਇਹਦਾ ਮਤਲਬ ਇਹਨਾਂ ਦੀ ਤਾਂ ਉੱਥੇ ਉਸ ਵਿਚਾਰ ਘੜਨ 'ਚ ਜਿਹੜੀ ਵੀ ਇਹ ਧਿਰ ਆਪਾਂ ਕਹੋ ਪੋਲੀਟੀਕਲ ਇੱਕ ਆਪਾਂ ਰੂਪ ਰੇਖਾ ਦੇ ਦਾਂਗੇ ਇੱਕ ਧਿਰ ਨੂੰ, ਮਤਲਬ ਇੱਕ ਹਿਸਾਬ ਨਾਲ ਪੰਜ ਪ੍ਰਧਾਨੀ ਪ੍ਰਥਾ ਜਿਹੜੀ ਆਪਣੀ ਪਹਿਲਾਂ ਸੀ, ਹਾਂਜੀ, ਉਹਨੂੰ ਉਵੇਂ ਹੀ ਆਪਾਂ ਤੋਰਾਂਗੇ ਜੀ। ਇਹ ਜਿਹੜੇ ਪੋਲੀਟੀਕਲ ਲੋਕ ਹੋਣਗੇ ਇਹਨਾਂ ਨੇ ਤਾਂ ਜਿਹੜੀ ਪੰਜ ਪ੍ਰਧਾਨੀ ਜਾਂ ਪੰਚਾਇਤ ਨੇ ਜਿਹੜੀ ਗੱਲ ਡਿਸਾਈਡ ਕਰਤੀ, ਉਹ ਡਿਸਾਈਡ ਹੀ ਗੱਲ ਲੈ ਕੇ ਅੱਗੇ ਜਾਣੀ ਆ। ਇਸ ਕਰਕੇ ਇਹ ਆਪਦੇ ਕੋਲੋਂ ਤਾਂ ਕੋਈ ਗੱਲ ਰੱਖਣ ਜੋਗੇ ਨਹੀਂ ਰਹਿਣਗੇ। ਦੂਜੀ ਗੱਲ, ਇਹ ਜਿਹੜਾ ਪੰਜਾਬ ਦਾ ਅੱਜ ਵਿਜ਼ਨ ਕੀ ਹੋਵੇ ਜਾਂ ਖੇਤੀ ਦਾ ਪੰਜਾਬ ਕੇਂਦਰਿਤ ਮਾਡਲ ਕੀ ਹੋਵੇ, ਇਹਦੇ ਤੇ ਪਹਿਲਾਂ ਬਹੁਤ ਵੱਡਾ ਇੱਕ ਮੰਥਨ ਕਰਨ ਦੀ ਜ਼ਰੂਰਤ ਹੈ, ਇਹਦੇ ਤੇ ਬ੍ਰੇਨਸਟਾਰਮ ਕਰਨ ਦੀ ਜ਼ਰੂਰਤ ਆ। ਜਦੋਂ ਉਹ ਡਿਸਾਈਡ ਹੋ ਗਿਆ, ਜਦੋਂ ਇਸੇ ਤਰ੍ਹਾਂ ਬਾਕੀ ਪੋਲੀਟੀਕਲ ਏਜੰਡੇ ਡਿਸਾਈਡ ਹੋ ਗਏ,
ਉਦੋਂ ਬਾਅਦ ਇਹ ਬੰਦੇ ਵਿਕਣ ਨਾ, ਇਹਨਾਂ ਕੋਲੇ ਕੋਈ ਸਕੋਪ ਹੀ ਨਹੀਂ ਰਹਿ ਜਾਂਦਾ ਵਿਕਣ ਦਾ, ਕਿਉਂਕਿ ਏਜੰਡਾ ਪਹਿਲਾਂ ਹੀ ਇਹਨਾਂ ਨੂੰ ਡਿਸਾਈਡ ਕਰਕੇ ਦੇਤਾ। ਵਿਕਦੇ ਤਾਂ ਉਦੋਂ ਆ ਜਦੋਂ ਏਜੰਡਾ ਹੁੰਦਾ ਨਹੀਂ, ਅਸੀਂ ਇਹਨਾਂ ਨੂੰ ਪਾਵਰ ਦੇ ਦਿੰਦੇ ਆ ਤੇ ਉਦੋਂ ਬਾਅਦ ਏਜੰਡਾ ਮਿਥਦੇ ਆ। ਹੁਣ ਪਹਿਲਾਂ ਏਜੰਡਾ ਮਿਥਾਂਗੇ, ਸਾਡੀ ਪੰਚਾਇਤ ਜਿਹੜੀ ਹੋਊਗੀ ਉਹ ਏਜੰਡਾ ਮਿਥੂ, ਔਰ ਪੰਜਾਬ ਦੀ ਪੰਚਾਇਤ ਜੀ ਵਾਰਸ ਪੰਜਾਬ ਦੇ ਉਹ ਏਜੰਡਾ ਮਿਥੂਗੀ ਤੇ ਉਹ ਇਹਨਾਂ ਨੂੰ ਫਿਰ ਦੇਊਗੀ, ਕਹਿਣਗੇ ਇਸ ਏਜੰਡੇ ਤੇ ਹੁਣ ਤੁਸੀਂ ਆਪਦੀ ਪੋਲਿਟਿਕਸ ਵੀ ਕਰੋ ਤੇ ਇਹਦੇ ਤੇ ਤੁਸੀਂ ਸਟਰਗਲ ਵੀ ਕਰੋ, ਇਹਦੇ ਤੇ ਖੁਦ ਮੁਖਤਿਆਰੀ ਤੇ ਵੀ ਲੜੋ। ਫਿਰ ਵਿਕਣ ਦੀ ਗੱਲ ਹੀ ਨਹੀਂ ਰਹਿ ਜਾਂਦੀ ਨਾ ਕਿਤੇ। ਜੀ। ਤੇ ਅਗਰ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਹਮਲੇ ਕੇਂਦਰ ਦੇ ਵੱਲੋਂ ਪੰਜਾਬ ਦੇ ਉੱਤੇ ਹੁਣ ਕੀਤੇ ਜਾ ਰਹੇ ਨੇ। ਬੇਸ਼ੱਕ ਆਰਡੀਨੈਂਸ ਦੀ ਗੱਲ ਹੋਵੇ, ਉਸ ਤੋਂ ਬਾਅਦ ਟ੍ਰੇਨਾਂ ਰੋਕਣ ਦੀ ਗੱਲ ਹੋਵੇ, ਮਾਲ ਗੱਡੀਆਂ ਨਹੀਂ ਭੇਜਾਂਗੇ, ਤੇ ਹੁਣ 1 ਕਰੋੜ ਦਾ ਜੁਰਮਾਨਾ ਉਹਨਾਂ ਕਿਸਾਨਾਂ ਉੱਤੇ ਜਿਨ੍ਹਾਂ ਨੇ ਪਰਾਲੀ ਸਾੜੀ ਜਾਂ 5 ਸਾਲ ਦੀ ਸਜ਼ਾ। ਕਿਸ ਤਰੀਕੇ ਨਾਲ ਇਸ ਰਵੱਈਏ ਨੂੰ ਵੇਖਦੇ ਹੋ? ਦੇਖੋ, ਇਹ ਜਿਹੜੇ ਕਾਨੂੰਨ ਜਿੰਨੇ ਮਰਜ਼ੀ ਬਣਾ ਲੈਣ, ਜਿੰਨੇ ਮਰਜ਼ੀ ਸਿਧਾਂਤ ਕੱਢ ਦੇਣ, ਜਦੋਂ ਤੱਕ ਤੁਸੀਂ ਦੇਖੋ ਦੇਸ਼ ਦਾ ਕੰਮ ਕੀ ਹੁੰਦਾ ਹੈ ਕਿ ਸਾਰਥਕ ਸਮਾਜ ਸਿਰਜਣਾ। ਸਾਰਥਕ ਸਮਾਜ ਸਿਰਜਣ ਵਾਸਤੇ ਤੁਸੀਂ ਜਦੋਂ ਤੱਕ, ਜੇ ਪੰਜਾਬ ਦੀ ਗੱਲ ਕਰੀਏ, ਸਾਡੀ ਕੌਮੀਅਤ ਨੂੰ ਨਹੀਂ ਸਮਝੋਗੇ, ਸਾਡੀ ਕੌਮੀਅਤ ਨੂੰ ਮਾਣ ਸਨਮਾਨ ਨਹੀਂ ਦਿਓਗੇ, ਪ੍ਰੋਟੈਕਟ ਨਹੀਂ ਕਰੋਗੇ, ਉਦੋਂ ਤੱਕ ਪੰਜਾਬ 'ਚ ਤਾਂ ਸਾਰਥਕ ਸਮਾਜ ਨਹੀਂ ਸਿਰਜਿਆ ਜਾ ਸਕਦਾ। ਹੁਣ ਤੁਸੀਂ ਕਾਨੂੰਨ ਬਣਾ ਲਓ। ਪਹਿਲੀ ਗੱਲ ਤਾਂ ਕਾਨੂੰਨ ਤੁਸੀਂ ਕਿਸਾਨਾਂ ਲਈ ਬਣਾਈ ਜਾਂਦੇ ਹੋ, ਜਿਹੜੇ ਪਹਿਲਾਂ ਹੀ ਮਰੀ ਜਾਂਦੇ ਆ, ਖੁਦਕੁਸ਼ੀਆਂ ਕਰੀ ਜਾਂਦੇ ਆ, ਕਰੋੜ ਰੁਪਏ ਦਾ ਜੁਰਮਾਨਾ ਰੱਖੀ ਜਾਂਦੇ ਹੋ। ਜਿਹੜੀਆਂ ਫੈਕਟਰੀਆਂ ਇਲੀਗਲ ਚੱਲੀ ਜਾਂਦੀਆਂ, ਜਿਹੜਾ ਸਨਅਤਕਾਰ ਆ ਉਹ ਲੁੱਟ ਖਸੁੱਟ ਕਰੀ ਜਾਂਦੇ ਆ, ਉਹਨਾਂ ਵਾਸਤੇ ਕਾਨੂੰਨ ਕਿੱਧਰ ਗਏ? ਪਰ ਫਿਰ ਮੈਂ ਕਹਿੰਦਾ ਕਾਨੂੰਨ ਬਣਾ ਕੇ ਸਾਰਥਕਤਾ ਨਹੀਂ ਲਿਆ ਸਕਦੇ। ਸਾਰਥਕ ਸਮਾਜ ਸਿਰਜਣ ਵਾਸਤੇ ਤੁਹਾਨੂੰ ਕਿਰਦਾਰਾਂ 'ਤੇ ਕੰਮ ਕਰਨਾ ਪੈਣਾ। ਕਿਰਦਾਰ ਪਹਿਲਾਂ ਆਗੂਆਂ ਦੇ ਸਹੀ ਹੋਣ ਤਾਂ ਲੋਕਾਂ ਦੇ ਸਹੀ ਹੋ ਜਾਂਦੇ ਹੁੰਦੇ ਆ, ਜਾਂ ਤਾਂ ਉੱਤੋਂ ਚੱਲਦੀ ਆ ਗੱਲ, ਥੱਲੇ ਤਾਂ ਹੀ ਸਹੀ ਆਉਂਦੀ ਆ, ਜੇ ਥੱਲੋਂ ਲੋਕ ਫਿਰ ਸ਼ੁਰੂ ਕਰਦੇ ਆ ਤੇ ਉੱਤੇ ਤਾਂ ਹੀ ਸਹੀ ਕਰ ਦਿੰਦੇ ਆ। ਜਿੱਥੇ ਅਸੀਂ ਅੱਜ ਖੜੇ ਆ, ਅੱਜ ਲੋਕ ਲਹਿਰ ਹੀ ਇਸ ਕਰਕੇ ਬਣੀ ਆ ਕਿਉਂਕਿ ਆਪਦੀ ਕ੍ਰੈਡੀਬਿਲਿਟੀ ਇਹ ਸਾਰੇ ਖੋ ਚੁੱਕੇ ਆ, ਕ੍ਰੈਡਿਟ ਲੂਜ਼ ਕਰ ਗਏ ਆ, ਇਹ ਆਪਦੇ ਡਿਸਕ੍ਰੈਡਿਟ ਹੋ ਚੁੱਕੇ ਆ। ਸੋ ਸਾਨੂੰ ਹੁਣ ਕਿਰਦਾਰਾਂ 'ਤੇ ਵੀ ਕੰਮ ਕਰਨਾ ਪੈਣਾ ਤੇ ਆਗੂਆਂ ਦੇ ਕਿਰਦਾਰਾਂ 'ਤੇ ਵੀ ਕੰਮ ਕਰਨਾ ਪੈਣਾ। ਸਾਨੂੰ ਘੜਨੇ ਪੈਣੇ ਆ ਉਹ ਆਗੂ ਜਿਹੜੇ ਅੱਜ ਅਸੀਂ ਇਹ ਕਹਿ ਸਕੀਏ ਵੀ ਐਟਲੀਸਟ ਪੰਜਾਬ ਖਾਤਰ, ਪੰਜਾਬ ਦੀ ਸਿਆਸਤ ਕਰਨ, ਪੰਜਾਬ ਦੇ ਲੋਕਾਂ ਖਾਤਰ ਉਹ ਸਟਰਗਲ ਕਰਨ। ਨਵੰਬਰ ਦਾ ਮਹੀਨਾ ਚੜ੍ਹਿਆ ਹੈ ਤੇ ਅਗਰ ਗੱਲ 84 ਦੀ ਕੀਤੀ ਜਾਵੇ ਤਾਂ 31 ਦਸੰਬਰ ਨੂੰ ਇੰਦਰਾ ਨੂੰ 2 ਸਿੰਘਾਂ ਨੇ ਸੋਧਾ ਲਾਇਆ ਸੀ। ਉਸ ਤੋਂ ਬਾਅਦ ਜਦੋਂ ਨਵੰਬਰ ਦਾ ਮਹੀਨਾ ਚੜ੍ਹਿਆ ਉਦੋਂ ਨਸਲਕੁਸ਼ੀ ਸ਼ੁਰੂ ਹੋਈ ਸੀ। ਅਸੀਂ ਉਸ ਮਹੀਨੇ ਦੇ ਵਿੱਚ ਬੈਠੇ ਹਾਂ। ਉਸ ਮਾਹੌਲ ਨੂੰ ਅੱਜ ਦੀ ਤਰੀਕ ਦੇ ਵਿੱਚ ਖੜੇ ਹੋ ਕੇ ਤੁਸੀਂ ਕਿੱਦਾਂ ਵੇਖਦੇ ਹੋ? ਤੇ ਅੱਜ ਅਗਰ ਕਿਹਾ ਜਾਵੇ ਤਾਂ ਮਹੀਨਾ ਚੜ੍ਹਦੇ ਹੀ 1 ਤਰੀਕ ਨੂੰ ਪੰਜਾਬ ਡੇ ਮਨਾਇਆ ਜਾਂਦਾ ਹੈ, ਜਦ ਕਿ ਨਸਲਕੁਸ਼ੀ ਦੀ ਸ਼ੁਰੂਆਤ ਹੋਈ ਸੀ। ਕਿੱਦਾਂ ਦੇਖੋ ਪੰਜਾਬ ਡੇ, ਦੇਖੋ ਵੈਸੇ ਤਾਂ ਪੰਜਾਬ ਨੂੰ ਟੁਕੜਿਆਂ 'ਚ ਵੰਡਤਾ ਸੀ, ਪਰ ਫਿਰ ਵੀ ਇੱਕ ਕੌਮੀਅਤ ਦਾ ਪ੍ਰਤੀਕ ਤਾਂ ਹੈ ਨਾ ਪੰਜਾਬ ਡੇ ਦੀ। ਜਦੋਂ ਅਸੀਂ ਗੱਲ ਕਰਦੇ ਹਾਂ, ਸਾਡੀ ਕਿਤੇ ਨਾ ਕਿਤੇ, ਕਿਉਂਕਿ ਅੱਜ ਦੀ ਰਿਐਲਿਟੀ ਨੂੰ ਤਾਂ ਸਮਝਣਾ ਪਊਗਾ ਨਾ। ਅੱਜ ਦੀ ਰਿਐਲਿਟੀ ਇਹ ਹੈ, ਜੋ ਸਾਡੇ ਕੋਲ ਇੱਕ ਛੋਟਾ ਜਿਹਾ ਪੰਜਾਬ ਆ, ਉਹੀ ਪੰਜਾਬ ਆ, ਹੈ ਨਾ। ਤਾਂ ਸਾਨੂੰ ਆਪਦੀ ਕੌਮੀਅਤ ਨੂੰ ਤਾਂ ਨਹੀਂ ਭੁੱਲਣਾ ਚਾਹੀਦਾ, ਚਾਹੇ ਛੋਟਾ ਚਾਹੇ ਵੱਡਾ। ਅੱਜ ਦੀ ਰਿਐਲਿਟੀ, ਚਲੋ ਇਹਦੇ ਤੇ ਇਹ ਛੋਟਾ ਇੰਨਾ ਨਹੀਂ ਹੋਣਾ ਚਾਹੀਦਾ ਸੀ, ਉਹ ਵੱਖਰੀ ਗੱਲ ਆ, ਪਰ ਕੌਮੀਅਤ ਨੂੰ ਇੱਕ ਆਪਦਾ ਪੰਜਾਬ ਡੇ ਹੋਣਾ, ਇਹ ਗੱਲ ਬਹੁਤ ਜ਼ਰੂਰੀ ਆ। ਤੇ ਸਾਡੇ ਲਈ ਪਹਿਲੀ ਗੱਲ ਇਹ ਆ। ਦੂਜੀ ਗੱਲ, ਨਵੰਬਰ 1 ਨੂੰ ਉਹ ਨਸਲਕੁਸ਼ੀ ਜਾਂ ਸਿੱਖ ਜੈਨੋਸਾਈਡ ਜਿਹੜੇ ਦਿੱਲੀ 'ਚ ਵਾਪਰਿਆ, ਜੋ ਸਾਡੇ ਨਾਲ, ਉਹ ਸਾਡੀ ਕੌਮ ਨੇ, ਸਾਡੇ ਪੰਜਾਬ ਨੇ ਹੰਢਾਇਆ, ਤੇ ਉਹ ਦੁਖਾਂਤ ਅਸੀਂ ਆਪਦੇ ਦਿਲਾਂ ਦੇ ਅੰਦਰ ਦੀ, ਸਾਡੀਆਂ ਰੂਹਾਂ ਦੇ ਅੰਦਰ ਦੀ ਗਿਆ। ਉਹਨੇ ਸਾਨੂੰ ਬਹੁਤ ਕੁਝ ਸਿਖਾਇਆ, ਬਹੁਤ ਵੱਡਾ ਚਿੰਨ੍ਹ ਆ ਸਾਡੇ ਲਈ ਉਹ। ਉਹਨੇ ਸਾਨੂੰ ਸਰਕਾਰਾਂ ਦੀ ਮਾਨਸਿਕਤਾ, ਦਿੱਲੀ ਦੀ ਮਾਨਸਿਕਤਾ, ਕਿੰਨੇ ਨਿਰਦਈ ਹੋ ਸਕਦੇ ਆ, ਕਿੰਨੇ ਜ਼ਾਲਮ ਹੋ ਸਕਦੇ ਆ, ਉਹ ਅੰਡਰ ਕਰੰਟ ਉਹਨਾਂ 'ਚ ਕੀ ਚੱਲਦਾ, ਇਹ ਸਭ ਕੁਝ ਸਾਡੇ ਸਾਹਮਣੇ ਪ੍ਰਤੱਖ ਰੂਪ 'ਚ ਲਿਆਤਾ। ਇਹ ਗੱਲ ਵੀ ਪ੍ਰਤੱਖ ਰੂਪ 'ਚ ਲਿਆਤੀ ਵੀ ਇਹ ਜ਼ੁਲਮ ਤੇ ਜ਼ਬਰ ਕਿਸ ਲੈਵਲ ਤੱਕ ਜਾ ਕੇ ਕਰ ਸਕਦੇ ਆ। ਕਿਸੇ ਦਾ, ਜਿਵੇਂ ਆਪਾਂ ਕਹਿੰਦੇ ਆ, ਇਹਦਾ ਖੁਰਾ ਖੋਜ ਹੀ ਮਿਟਾ ਦਿਓ, ਕੌਮ ਨੂੰ ਹੀ ਖਤਮ ਕਰਨ ਵਾਸਤੇ। ਤੇ ਇਹ ਗੱਲ ਇਹਨਾਂ 'ਚ ਕਿੱਡੀ ਵੱਡੀ ਮਾਨਸਿਕਤਾ 'ਚ ਪਈ ਹੈ ਇਹਨਾਂ ਦੀ। ਇਸੇ ਮਾਨਸਿਕਤਾ ਕਰਕੇ ਅੱਜ ਜਿਹੜੇ ਨਵੇਂ ਕਾਨੂੰਨ ਬਣੇ ਆ, ਉਹ ਇਕੱਲੀ ਆਰਥਿਕ ਲੈਵਲ 'ਤੇ ਸਾਡੀ ਸੱਟ ਨਹੀਂ ਹੈ, ਸੱਭਿਆਚਾਰਕ ਤੌਰ 'ਤੇ ਵੀ ਸਾਡੇ ਸੱਟ ਮਾਰ ਰਹੇ ਆ ਉਹ। ਤਾਂ ਇਹ ਸਾਰੀ ਉਸੇ ਮਾਨਸਿਕਤਾ 'ਚੋਂ ਨਿਕਲੀਆਂ ਹੋਈਆਂ ਇਹ ਵਰਤਾ ਰਹੀ ਆ, ਜੋ ਲਗਾਤਾਰ ਸਾਡੇ 'ਤੇ ਹਮਲੇ ਹੁੰਦੇ ਆ, ਬੰਦ ਨਹੀਂ ਹੋ ਰਹੇ। ਜਦੋਂ ਤੱਕ
ਪੰਜਾਬ ਕੋਲੇ ਆਪਦੀ ਫਿਰ ਉੱਥੇ ਹੀ ਆਉਣੇ ਆ, ਖੁਦ ਮੁਖਤਿਆਰੀ ਨਹੀਂ ਹੋਊਗੀ ਜਾਂ ਅਸੀਂ ਆਪਦਾ ਸੰਪੂਰਨ ਆਜ਼ਾਦੀ ਵਾਲੀ ਗੱਲ ਨਹੀਂ ਕਰਾਂਗੇ, ਉਦੋਂ ਤੱਕ ਸਾਡੇ ਮਸਲੇ ਨਹੀਂ ਹੱਲ ਹੋ ਸਕਦੇ। ਇਹਦਾ ਚਮਤਕਾਰ ਹੀ ਹੋ ਜੇ ਵੀ ਦਿੱਲੀ ਕਿਤੇ ਸਮਝ ਲੇ ਵੀ ਨਹੀਂ, ਅਸੀਂ ਇਹਨਾਂ ਨੂੰ ਮਾਣ ਸਨਮਾਨ ਦੇਣਾ, ਇਹਨਾਂ ਨੂੰ ਸੱਭਿਆਚਾਰਕ ਹੋਂਦ ਇਹਨਾਂ ਦੀ ਸਾਂਭ ਕੇ ਰੱਖਣੀ ਹੈ, ਇਹਨਾਂ ਨਾਲ ਵਾਅਦੇ ਕੀਤੇ ਹੋਏ ਸੀ, ਇਹਨਾਂ ਦੇ ਵਿਲੱਖਣਤਾ ਨੂੰ ਅਸੀਂ ਸਾਂਭ ਕੇ ਰੱਖਣਾ। ਇਹ ਤਾਂ ਕੋਈ ਚਮਤਕਾਰ ਹੋ ਜਾਏ ਜੇ ਦਿੱਲੀ ਸਮਝ ਲੇ। ਪਰ ਮੈਨੂੰ ਲੱਗਦਾ ਜਿਹੜੀ ਉਹਨਾਂ ਦੀ ਸਦੀਆਂ ਤੋਂ ਮਾਨਸਿਕਤਾ ਪਈ ਆ, ਉਹ ਮਾਨਸਿਕਤਾ 'ਚ ਗਲਬਾ ਪਾਉਣ ਦੀ, ਆਪਦੀ ਡੋਮੀਨੇਸ਼ਨ ਦੀ, ਤੇ ਆਪਦੇ ਆਪ ਨੂੰ ਦੈਵੀ ਪ੍ਰਵਾਨਗੀ ਦੇ ਕੇ ਵੀ ਅਸੀਂ ਵੱਡੇ ਆ ਤੇ ਤੁਸੀਂ ਸਾਰੇ ਸਾਡੇ 'ਚੋਂ ਹੀ ਨਿਕਲੇ ਹੋਏ ਹੋ, ਉਹ ਤਾਂ ਉਹ ਮਾਨਸਿਕਤਾ ਨੂੰ ਕਿੱਥੋਂ ਚੇਂਜ ਕਰ ਲਓਗੇ ਤੁਸੀਂ? ਕਿੱਥੋਂ ਚਮਤਕਾਰ ਹੋ ਜਾਣਗੇ ਉਹਨਾਂ ਨੂੰ ਚੇਂਜ ਕਰਨ ਵਾਸਤੇ? ਸੋ ਅਸੀਂ ਜਿੱਥੇ ਅੱਜ ਖੜੇ ਆ, ਮੈਂ ਵਾਪਸ ਫੇਰ ਕਹਿਣਾ, ਚਲੋ ਅਸੀਂ ਜਿੱਧਰ ਨੂੰ ਜਾਣਾ ਹੋਰ ਪਾਸੇ, ਉਹ ਲੜਾਈ ਬਾਅਦ 'ਚ ਲੜਾਂਗੇ। ਅੱਜ ਕਿਸਾਨੀ ਘੋਲ 'ਚ ਇੱਥੇ ਹੀ ਖੁਦ ਮੁਖਤਿਆਰੀ ਮਿਲ ਜੇ ਸਾਨੂੰ, ਉਹੀ ਬਹੁਤ ਵੱਡੀ ਗੱਲ ਆ। ਇਹਦੇ ਖਾਤਰ ਹੀ ਅਸੀਂ ਸੰਘਰਸ਼ ਕਰਕੇ ਕੋਈ ਪ੍ਰਾਪਤੀ ਕਰ ਜਾਈਏ, ਬਹੁਤ ਵੱਡੀ ਗੱਲ ਆ। ਜਿੱਥੇ ਅਸੀਂ ਜਿਹੜੇ ਖਲਾਅ 'ਚ ਅੱਜ ਆ ਕੇ ਖੜੇ ਹੋ ਗਏ ਆ ਜੀ। ਅੰਤ ਦੇ ਵਿੱਚ ਇੱਕੋ ਹੀ ਸਵਾਲ ਕਰਾਂਗਾ, ਕਿਉਂਕਿ ਗਲਾ ਮੈਨੂੰ ਤੁਹਾਡਾ ਫਿਰ ਵੀ ਬੈਠਿਆ ਹੋਇਆ ਲੱਗ ਰਿਹਾ ਹੈ, ਤੇ ਮੰਮਾ ਦਾ ਵੀ ਤੁਹਾਨੂੰ ਸੁਨੇਹਾ ਆਇਆ ਸੀ, ਮਾਂ ਦਾ ਸੁਨੇਹਾ ਵੀ ਮੈਂ ਪੜ੍ਹਿਆ ਤੁਹਾਡੀ ਫੇਸਬੁੱਕ ਦੇ ਉੱਤੇ, ਤੇ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਨੇ ਦਿਲੋਂ ਦੁਆਵਾਂ ਦਿੱਤੀਆਂ ਨੇ, ਕਿਉਂਕਿ ਹਰ ਕੋਈ ਅੱਜ ਤੁਹਾਨੂੰ ਆਪਣਾ ਪੁੱਤ ਸਮਝ ਰਿਹਾ ਹੈ, ਦਿਲੋਂ ਚਾਹੁੰਦਾ ਹੈ ਕਿ ਦੀਪ ਸਿੱਧੂ ਵਰਗਾ ਪੁੱਤ ਹਰ ਘਰ ਦੇ ਵਿੱਚ ਹੋਵੇ, ਤੇ ਹਰ ਮਾਂ ਦਿਲੋਂ ਦੁਆ ਕਰ ਰਹੀ ਹੈ ਕਿ ਜੋ ਪੁੱਤ ਅੱਜ ਮਿੱਟੀ ਨਾਲ ਮਿੱਟੀ ਸ਼ੰਭੂ ਮੋਰਚੇ ਤੇ ਹੋ ਰਿਹਾ ਹੈ, ਤੇ ਇਹ ਮੋਰਚਾ ਉਹ ਫਤਿਹ ਕਰਕੇ ਹੀ ਉੱਠੇ। ਉਹਨਾਂ ਮਾਵਾਂ ਨੂੰ ਜ਼ਰੂਰ ਕਹਾਂਗਾ, ਆਪਣੇ ਮੰਮਾ ਨੂੰ ਜ਼ਰੂਰ ਕਹਾਂਗਾ, ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ ਜੋ ਪਲ ਪਲ ਚਿੰਤਾ ਕਰਦੇ ਨੇ ਕਿ ਮੇਰੇ ਪੁੱਤ ਨੂੰ ਕਿਤੇ ਕੁਝ ਹੋ ਨਾ ਜਾਵੇ? ਦੇਖੋ, ਜਿਹੜਾ ਸੁਨੇਹਾ ਸੀ ਉਹ ਡੈਫੀਨੇਟਲੀ ਉਹ ਮੇਰੇ ਮਦਰ ਨੇ ਨਹੀਂ ਲਿਖਿਆ ਸੀ, ਪਰ ਉਹ ਕਿਸੇ ਮਾਂ ਦਾ ਸੁਨੇਹਾ ਹੀ ਸੀ। ਮੈਨੂੰ WhatsApp ਤੇ ਆਇਆ, ਉਹਨਾਂ ਨੇ ਭੇਜਿਆ ਤੇ ਮੈਂ ਉਹਨੂੰ ਪੋਸਟ ਕਰਤਾ, ਕਿਉਂਕਿ ਮੈਨੂੰ ਲੱਗਦਾ ਚੰਗਿਆਈ ਜਿਹੜੀ ਹੁੰਦੀ ਆ ਜਜ਼ਬਾਤਾਂ 'ਚ, ਮੈਂ ਆਪ ਵੀ ਬੜਾ ਜਜ਼ਬਾਤੀ ਇਨਸਾਨ ਆ, ਉਹਨੂੰ ਫੈਲਣਾ ਚਾਹੀਦਾ। ਔਰ ਜੇ ਕੋਈ ਕਹਿੰਦਾ ਵੀ ਦੇਖੋ ਸਿੰਪਥੀ ਗੇਨ ਕਰਦਾ, ਉਹ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ। ਸਿੰਪਥੀ ਵੀ ਤਾਂ ਅਸੀਂ ਆਪਦਿਆਂ ਦੀ ਗੇਨ ਕਰਦੇ ਹੀ ਹੁੰਦੇ ਆ ਨਾ। ਜਦੋਂ ਆਪਦੇ ਭੈਣਾਂ ਭਰਾਵਾਂ 'ਚ ਜਾ ਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਕਿਤੇ ਆਪਾਂ ਜਜ਼ਬਾਤੀ ਤੌਰ 'ਤੇ ਕਈ ਵਾਰੀ ਹਰਟ ਹੁੰਦੇ ਆ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਸਿੰਪਥੀ ਲੈਣ ਵਾਸਤੇ ਵੀ ਨਹੀਂ ਯਾਰ ਕੋਈ ਨਹੀਂ, ਤਕੜਾ ਰਹੀ, ਹੈ ਨਾ। ਪਰ ਗੱਲ ਉਹ ਨਹੀਂ ਸੀ, ਉਹ ਚੰਗਾ ਹੀ ਇੰਨਾ ਸੀ ਮੈਸੇਜ, ਅਤੇ ਉਹਦੇ 'ਚ ਇੱਕ ਜਿਹੜਾ ਮਾਂ ਦਾ ਪਿਆਰ ਹੀ ਐਡਾ ਜ਼ਿਆਦਾ ਝਲਕ ਰਿਹਾ ਸੀ, ਅਤੇ ਮੈਂ ਇਸ ਕਰਕੇ ਉਹਨੂੰ ਸ਼ੇਅਰ ਕੀਤਾ। ਅਤੇ ਮੈਂ ਉਹ ਸਾਰੀਆਂ ਮਾਵਾਂ ਨੂੰ ਜਿਹੜੀਆਂ ਸਾਡੇ 'ਤੇ ਵਾਰੇ ਜਾਂਦੀਆਂ, ਉਹਨਾਂ ਨੂੰ ਇਹੀ ਕਹੂੰਗਾ ਜੀ ਵੀ ਤੁਸੀਂ ਜਿਹੜੀਆਂ ਗੁੜਤੀਆਂ ਦਿੱਤੀਆਂ ਹੋਈਆਂ, ਜਦੋਂ ਤੁਸੀਂ ਸਾਨੂੰ ਜਨਮ ਦਿੱਤਾ, ਅਤੇ ਜਿਹੜੀਆਂ ਗੁੜਤੀਆਂ ਦਿੱਤੀਆਂ ਉਹ ਇਸੇ ਖਾਤਰ ਦਿੱਤੀਆਂ ਸੀ ਵੀ ਅਸੀਂ ਨਿੱਜ ਲਈ, ਪਰਿਵਾਰ ਲਈ ਨਾ ਲੜੀਏ, ਅਸੀਂ ਆਪਦੇ ਸਮਾਜ ਲਈ, ਆਪਦੇ ਕੌਮ ਲਈ ਲੜੀਏ, ਹੈ ਨਾ। ਜਦੋਂ ਕਿਤੇ ਸਾਡੇ 'ਤੇ ਜ਼ਬਰ ਜ਼ੁਲਮ ਹੋਵੇ ਅਸੀਂ ਉਹਦਾ ਵਿਰੋਧ ਕਰੀਏ, ਅਤੇ ਅਸੀਂ ਫਿਰ ਕਰੀ ਜਾਂਦੇ ਹਾਂ, ਅਤੇ ਸਾਨੂੰ ਹੱਲਾਸ਼ੇਰੀ ਵੀ ਦਿੰਦੀਆਂ, ਉਹ ਆਸ਼ੀਰਵਾਦ ਵੀ ਦਿੰਦੀਆਂ, ਅਤੇ ਮਾਂ 'ਚ ਹੀ ਰੱਬ ਵਸਦਾ ਹੁੰਦਾ ਜੀ। ਅਤੇ ਜਦੋਂ ਉਹਨਾਂ ਦਾ ਆਸ਼ੀਰਵਾਦ ਆ, ਜਦੋਂ ਉਹਨਾਂ ਨੇ ਸਾਨੂੰ ਇੰਨਾ ਪਿਆਰ ਅਤੇ ਹੱਲਾਸ਼ੇਰੀ ਦੇਣੀ ਆ, ਫਿਰ ਸਾਨੂੰ ਕਿੱਥੋਂ ਕੋਈ ਖਰੀਦ ਲੂਗਾ ਅਤੇ ਕਿੱਥੋਂ ਸਾਨੂੰ ਇਹ ਬਹਾ ਦੇਣਗੇ? ਆਪਾਂ ਤਾਂ ਨਹੀਂ ਬੈਠ ਸਕਦੇ। ਫਿਰ ਜਦੋਂ ਮਾਂ ਨਾਲ ਆ ਉਦੋਂ ਸਭ ਕੁਛ ਨਾਲ ਆ। ਫਿਰ ਬਿਲਕੁਲ, ਮਾਂ ਦੇ ਅੰਦਰ ਹੀ ਦੂਸਰਾ ਰੱਬ ਵਸਦਾ ਹੈ, ਤੇ ਹੁਣ ਇੱਕ ਮਾਂ ਨਹੀਂ, ਪੂਰੇ ਪੰਜਾਬ ਦੀ, ਪੂਰੇ ਭਾਰਤ ਦੀ, ਕਹਿ ਸਕਦੇ ਹਾਂ ਕਿ ਦੁਨੀਆ ਦੇ ਵਿੱਚ ਜੋ ਵੀ ਮਾਂ ਇਸ ਵੇਲੇ ਇਹ ਪ੍ਰੋਗਰਾਮ ਵੇਖ ਰਹੀਆਂ ਹੈ, ਜਿਨ੍ਹਾਂ ਨੇ ਹਾਲੇ ਤੱਕ ਤੁਹਾਡੀਆਂ ਸਪੀਚਿਸ ਸੁਣੀਆਂ ਨੇ, ਉਹ ਹਰ ਮਾਂ ਤੁਹਾਨੂੰ ਆਪਣਾ ਪੁੱਤ ਸਮਝ ਕੇ ਰੱਬ ਅੱਗੇ ਇਹੀ ਅਰਦਾਸ ਕਰਦੀ ਹੈ ਕਿ ਦੀਪ ਜਿਸ ਮਕਸਦ ਵਾਸਤੇ ਬੈਠਿਆ ਹੈ, ਜਿਸ ਹੋਂਦ ਦੀ ਲੜਾਈ ਵਾਸਤੇ ਬੈਠਿਆ ਹੈ, ਜਿਸ ਖੁਦ ਮੁਖਤਿਆਰੀ ਵਾਸਤੇ ਬੈਠਿਆ ਹੈ, ਉਹ ਜੰਗ ਜ਼ਰੂਰ ਜਿੱਤੇ, ਤੇ ਅਸੀਂ ਵੀ ਰੱਬ ਅੱਗੇ ਇਹੀ ਅਰਦਾਸ ਕਰਾਂਗੇ। ਇਸੇ ਦੇ ਨਾਲ ਮੈਂ ਅੰਤ 'ਚ ਇਹੀ ਗੱਲ ਕਹਾਂਗਾ ਕਿ ਇਲਜ਼ਾਮ ਬਹੁਤ ਲਾਣੇ ਆਸਾਨ ਹੁੰਦੇ ਨੇ, ਜੰਗ ਦੇ ਵਿੱਚ ਉਤਰ ਕੇ ਜੰਗ ਜਿੱਤ ਕੇ ਦਿਖਾਓ, ਫਿਰ ਅਸੀਂ ਮੰਨੀਏ ਕਿ ਹਾਂ ਤੁਸੀਂ ਵਾਕਈ ਹੀ ਲੜਾਕੂ ਹੋ, ਯੋਧੇ ਹੋ। ਜਿਹੜੇ ਇਲਜ਼ਾਮ ਲਾਉਂਦੇ ਨੇ ਦੀਪ ਉੱਤੇ, ਜੋ ਅੱਜ ਵੀ ਸੋਸ਼ਲ ਮੀਡੀਆ ਉੱਤੇ ਇਹ ਕਹਿੰਦੇ ਨੇ ਕਿ ਹੋ ਸਕਦਾ BJP ਦਾ ਹੋਵੇ, ਹੋ ਸਕਦਾ ਸੰਤਾਂ ਦੀ ਗੱਲ ਕਰਦਾ ਪਰ ਖਾਲਿਸਤਾਨ ਤੋਂ ਡਰਦਾ ਹੋਵੇ, ਉਹਨਾਂ ਨੂੰ ਸਾਰਿਆਂ ਨੂੰ ਬਹੁਤ ਐਕਸਪਲੇਨੇਸ਼ਨਸ ਦੇ ਦਿੱਤੀਆਂ ਨੇ। ਤੇ ਮੈਂ ਦਿਲੋਂ ਇਹੀ ਚਾਹਾਂਗਾ ਕਿ ਅੱਗੇ ਤੋਂ ਦੀਪ ਨੂੰ ਕਦੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਆਪਣੀ ਕਿਸੇ ਸਪੀਚ ਦੇ ਵਿੱਚ ਕਿਸੇ ਚੀਜ਼ ਦੇ ਉੱਤੇ, ਇਸ ਮੁੱਦਿਆਂ ਦੇ ਉੱਤੇ ਐਕਸਪਲੇਨੇਸ਼ਨ ਨਾ ਦੇਣੀ ਪਵੇ, ਕਿਉਂਕਿ ਇਨਫ ਐਕਸਪਲੇਨੇਸ਼ਨਸ ਤੁਹਾਨੂੰ ਦੇ ਦਿੱਤੀਆਂ ਗਈਆਂ ਨੇ। ਹੁਣ ਅਗਰ ਇਨਸਾਨੀਅਤ ਤੁਹਾਡੇ ਅੰਦਰ ਵਾਕਈ ਹੀ ਜਿਉਂਦੀ ਹੈ, ਜਿਹੜੇ ਵਿਰੋਧ ਕਰਦੇ ਨੇ, ਜਿਹੜੇ ਜੜ੍ਹਾਂ 'ਚ ਤੇਲ ਪਾਉਣਾ ਚਾਹੁੰਦੇ ਨੇ, ਉਹਨਾਂ ਨੂੰ ਇੱਕੋ ਹੀ ਬੇਨਤੀ ਹੱਥ ਬੰਨ੍ਹ ਕੇ ਕਰਦੇ ਹਾਂ, ਤੁਸੀਂ ਬਹੁਤ ਸਤਿਕਾਰਯੋਗ ਹੋ,
ਬੇਸ਼ੱਕ ਮਾਨ ਦਲ ਹੋਵੇ ਜਾਂ ਕਿਸਾਨ ਜਥੇਬੰਦੀਆਂ ਹੋਣ, ਪਰ ਅਸੀਂ ਦਿਲੋਂ ਇਹ ਬੇਨਤੀ ਕਰਦੇ ਹਾਂ, ਇੱਕ ਡੰਡੇ ਇੱਕ ਝੰਡੇ ਥੱਲੇ ਇਕੱਠੇ ਹੋਵੋ, ਇੱਕ ਦੂਜੇ ਦਾ ਸਾਥ ਦੇਵੋ। ਇੱਕ ਦੂਜੇ ਦਾ ਸਾਥ ਦੇਵਾਂਗੇ ਤਾਂ ਹੀ ਇਹ ਜੰਗ ਜਿੱਤਾਂਗੇ, ਤਾਂ ਹੀ ਖੁਦ ਮੁਖਤਿਆਰੀ ਲਵਾਂਗੇ, ਤਾਂ ਹੀ ਪੰਜਾਬ ਬਚਾਵਾਂਗੇ, ਪੰਜਾਬੀ ਬਚਾਵਾਂਗੇ, ਨੌਜਵਾਨੀ ਬਚਾਵਾਂਗੇ। ਜੇਕਰ ਤੁਸੀਂ ਅਜੇ ਵੀ ਆਪਣੀਆਂ ਕੁਰਸੀਆਂ ਪਿੱਛੇ, ਜਥੇਬੰਦੀਆਂ ਪਿੱਛੇ, ਧੜੇਬੰਦੀਆਂ ਪਿੱਛੇ ਪਏ ਰਹੇ ਤਾਂ ਫਿਰ ਭੁੱਲ ਜਾਇਓ ਕਿ ਇਹ ਸਿਆਸਤਦਾਨ ਤੁਹਾਨੂੰ ਸਾਹ ਵੀ ਲੈਣ ਦੇਣਗੇ। ਇਸੇ ਦੇ ਨਾਲ ਮੇਰੇ ਤੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ, ਹੱਥ ਬੰਨ੍ਹ ਕੇ ਮਾਫੀ ਹੈ ਜੀ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਵਿਅਕਤ ਤੁਸੀਂ ਕਰ ਹੀ ਸਕਦੇ ਹੋ। ਬੁਲਾਓ ਫਤਿਹ, ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।